वाहिगुरू जी की फतेह। शायद अपना जो बहुत सारे ने नावल पढ़िया होगा, मैं तो जरूर पढ़िया, पर हर एक नूं नावल पढ़ के ਵੱਖ-ਵੱਖ ਜਿਹੜੇ ਪ੍ਰਭਾਵ ਪੈਂਦੇ। ਹੁਣ ਮੈਂ ਤਾਂ ਜੋ ਮੈਨੂੰ ਪ੍ਰਭਾਵ ਪਏ ਉਹ ਹੀ ਤੁਹਾਡੇ ਨਾਲ ਮਤਲਬ ਸਾਂਝੇ ਕਰਨਾ ਚਾਹਾਂਗਾ। ਜ਼ਰੂਰੀ ਨਹੀਂ ਕਿ ਤੁਹਾਨੂੰ ਵੀ ਉਹ ਪ੍ਰਭਾਵ ਪਏ ਹੋਣ, ਪਰ ਮੈਂ ਇਹ ਗੱਲ ਇਸ ਕਰਕੇ ਸਪਸ਼ਟ ਕਰਨ ਲਈ ਪ੍ਰਭਾਵ ਆਪਣਾ ਆਪਣਾ ਹੁੰਦਾ ਹੈ ਹਰ ਇੱਕ ਦਾ। ਤਾਂ ਮੈਂ ਜਿਹੜਾ ਨੇ ਜਦ ਇੱਕ ਇਹਨਾਂ ਲਈ ਲਿਖਤੀ ਪਰਚਾ ਵੀ ਮਤਲਬ ਛੋਟਾ ਜਿਹਾ ਲਿਆਂਦਾ ਸੀ, ਤਾਂ ਉਹਦਾ ਜਿਹੜਾ ਮੈਂ ਸ਼ੀਰਸ਼ਕ ਜਿਹੜਾ ਉਹਦੇ ਵਿੱਚ ਉੱਥੋਂ ਵੀ ਤੁਹਾਨੂੰ ਪਤਾ ਲੱਗਾ ਵੀ ਕਿਸ ਤਰ੍ਹਾਂ ਦਾ ਮੈਂ ਪ੍ਰਭਾਵ ਹੋਇਆ। ਮੈਂ ਉਹਨੂੰ ਕਿਹਾ ਨਾਵਲ ਹਵਾਲਾਤ, ਪੰਜਾਬ ਦਾ ਨੈਤਿਕ ਨਿਗਾਰ ਤੇ ਆਪਣੇ ਸਿੱਖ ਵਿਰਾਸਤ ਨਾਲ ਜੁੜਨ ਦਾ ਸੱਦਾ। ਮੈਨੂੰ ਇਹਦੇ ਤੋਂ ਇਹ ਚੀਜ਼ ਜ਼ਿਆਦਾ ਜਿਹੜੀ ਹੈ ਲੱਗੀ ਹੈ ਕਿ ਸੁਣਿਆ ਜਿਹੜਾ ਹੁਣ ਜਿਹੜੇ ਮੈਂ ਕੋਲ ਮੈਨੂੰ ਤਿੰਨ ਜਿਹੜੇ ਮੁੱਖ ਪ੍ਰਭਾਵ ਮੈਂ ਲਏ ਕਿ ਭਾਵੇਂ ਜਿਹੜਾ ਹਵਾਲਾਤ ਤੋਂ ਲੱਗਦਾ ਇਸ ਤਰ੍ਹਾਂ ਹੈ ਕਿ ਮਤਲਬ ਪੁਲਿਸ ਵਧੀਕੀਆਂ ਦੇ ਪੁਲਿਸ ਤਸ਼ੱਦਦ ਦੀ ਗੱਲ ਹੈ, ਲੇਕਿਨ ਮੈਨੂੰ ਇਹ ਲੱਗਿਆ ਕਿ ਵੀ ਨਾਵਲ ਸਿਰਫ ਪੁਲਿਸ ਦੇ ਵਧੀਕੀਆਂ ਦੇ ਤਸ਼ੱਦਦ ਤੱਕ ਸੀਮਿਤ ਨਹੀਂ ਹੈ, ਬਲਕਿ ਜਿਹੜਾ ਸਮੁੱਚੇ ਪੰਜਾਬ ਦੇ ਨੈਤਿਕ ਨਿਗਾਰ ਤੇ ਗੱਲ ਕਰਦਾ ਹੈ ਕਿ ਜਿਹੜਾ ਪੁਲਿਸ ਦੀਆਂ ਵਧੀਕੀਆਂ ਔਰ ਜਿਹੜਾ ਪੁਲਿਸ ਦਾ ਅਣਮੁਖੀ ਵਰਤਾਰਾ ਜਾਂ ਉਹਦਾ ਤਸ਼ੱਦਦ ਹੈ ਉਹ ਉਸ ਦਾ ਹਿੱਸਾ ਹੈ, ਸਮੁੱਚੇ ਨੈਤਿਕ ਨਿਗਾਰ ਦਾ ਜਿਹੜਾ ਹਿੱਸਾ ਹੈ। ਹੁਣ ਦੂਜੀ ਜਿਹੜੀ ਮੈਨੂੰ ਇਹ ਲੱਗਿਆ ਕਿ ਮੇਰੀ ਧਾਰਨਾ ਦੀ ਪੁਸ਼ਟੀ ਕਰਦਾ ਹੈ ਨਾਵਲ ਕਿ ਜਿਹੜਾ ਹਰਾ ਇਨਕਲਾਬ ਹੈ ਇਹਨੇ ਜੋ ਵਕਤੀ ਖੁਸ਼ਹਾਲੀ ਹੋਈ ਲਿਆਂਦੀ ਸਿਰਫ ਅਮੀਰ ਕਿਸਾਨੀ ਦੇ ਲਿਆਂਦੀ ਹੈ। ਇਹ ਬਾਕੀ ਜਿਹੜੀ ਖਾਸ ਕਰ ਗਰੀਬ ਕਿਸਾਨੀ ਔਰ ਸਧਾਰਨ ਕਿਸਾਨੀ ਇਸ ਖੁਸ਼ਹਾਲੀ ਤੋਂ ਬਾਹਰ ਹੀ ਰਹੀ ਹੈ, ਤਾਂ ਉਹ ਵੀ ਇਸ ਨਾਵਲ ਦੇ ਵਿੱਚ ਜਿਹੜੀ ਹੈ ਮੈਨੂੰ ਲੱਗਦਾ ਕਿ ਪੁਸ਼ਟੀ ਹੋ ਗਈ ਹੈ। ਤੀਜਾ ਜਿਹੜਾ ਮੈਨੂੰ ਮੁੱਖ ਪ੍ਰਭਾਵ ਇਹ ਪਿਆ ਕਿ ਜਿਹੜਾ ਇਹਦੇ ਤੋਂ ਇਸ ਮਾੜੀ ਸਥਿਤੀ ਨਾਲ ਨਜਿੱਠਣ ਲਈ ਜਿਸ ਤਰ੍ਹਾਂ ਕਿ ਇਹਨਾਂ ਨੇ ਨਜਿੱਠਿਆ ਉਹ ਜਿਹੜਾ ਸਿੱਖ ਸਦਾਚਾਰ, ਸਿੱਖ ਸੱਭਿਆਚਾਰ ਔਰ ਸਿੱਖ ਵਿਰਾਸਤ ਔਰ ਆਪਣੇ ਜਿਹੜੇ ਨਰੋਈਆਂ ਪਰਿਵਾਰਕ ਕਦਰਾਂ ਕੀਰਤਨ ਉਹ ਤੁਹਾਨੂੰ ਸ਼ਕਤੀ ਦਿੰਦੀਆਂ ਜਿਹਦੇ ਨਾਲ ਇਹਦੇ ਤੋਂ ਲਿਖ ਰਿਹਾ ਸੀ। ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਕਿ ਨਾਵਲ ਹਵਾਲਾਤ ਦੇ ਪ੍ਰਭਾਵ ਹੀ ਕਹਿੰਦੇ ਕਿ ਗੱਲ ਸਰ ਹਵਾਲਾਤ ਦੀ ਹੈ ਔਰ ਹੈ ਵੀ ਜ਼ਿਆਦਾ, ਕਿਉਂਕਿ ਹਵਾਲਾਤ ਦੇ ਇੱਕ ਪ੍ਰਤੀਕ ਬਣ ਗਿਆ ਹੈਗਾ ਜਿਹੜੇ ਇਹਨਾਂ ਨੇ ਜੋ ਹੰਡਾਇਆ ਜੋ। ਲੇਕਿਨ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਸਮੁੱਚਾ ਜਿਹੜਾ ਹੈਗਾ ਜਦੋਂ ਨਾਵਲ ਨੂੰ ਹੋਰ ਡੁਬਾਇਆ ਤਾਂ ਇਸ ਤਰ੍ਹਾਂ ਲੱਗਦਾ, ਮੈਨੂੰ ਇਹ ਲੱਗਿਆ ਕਿ ਵੀ ਪਾਠਕ ਸਿਰਫ ਆਪਣੇ ਉਸ ਜਿਹੜੇ ਕੌੜੇ ਤਜਰਬੇ ਦੀ ਗੱਲ ਨਹੀਂ ਕਰ ਰਿਹਾ, ਬਲਕਿ ਸਮੁੱਚੇ ਪੰਜਾਬ ਦਾ ਜੋ ਨੈਤਿਕ ਨਿਗਾਰ ਹੈ ਉਹਦਾ ਬਿਰਤਾਂਤ ਜਿਹੜਾ ਪੇਸ਼ ਕਰਦਾ ਹੈ। ਹੁਣ ਉਹਦੇ 'ਚ ਜਿਹੜੀ ਗੱਲ ਹੈ ਕਹਿੰਦੇ ਕਿ ਸਿਰਫ ਮਤਲਬ ਇੱਕ ਪੁਲਿਸ ਦੇ ਮਤਲਬ ਵਧੀਕੀਆਂ ਦੇ ਤਸ਼ੱਦਦ ਦੀ ਗੱਲ ਨਹੀਂ ਹੈ, ਸਗੋਂ ਉਸ ਨੂੰ ਸਮੁੱਚੇ ਸਮਾਜ ਦੇ ਨੈਤਿਕ ਨਿਗਾਰ ਨਾਲ ਜੋੜ ਕੇ ਜਿਹੜਾ ਪੇਸ਼ ਕਰਨ ਦਾ ਉਪਰਾਲਾ ਹੈ। ਤਾਂ ਉਹਦੇ 'ਚ ਇਸ ਤਰ੍ਹਾਂ ਹੈ ਕਿ ਜਿਹੜੇ ਪਾਤਰ ਨੇ ਉਹਦੇ 'ਚ ਇਹੋ ਜਿਹੇ ਪਾਤਰ ਦਿਖਾਏ ਗਏ ਨੇ ਕਿ ਉਦਾਹਰਣ ਵਜੋਂ ਪਾਤਰ ਹੈ ਜੋ ਪੁਲਿਸ ਦਾ ਕੰਮ ਕਰਦਾ ਪਰ ਉਹ ਆਪਣੀ ਔਰਤ ਨੂੰ ਜਿਹੜਾ ਹੈ ਵਰਤਦਾ ਹੈ ਪੁਲਿਸ ਨਾਲ ਨਜ਼ਦੀਕੀਆਂ ਬਣਾਉਣ ਲਈ। ਤਾਂ ਇਸ ਤਰ੍ਹਾਂ ਇੱਕ ਹੋਰ ਔਰਤ ਪਾਤਰ ਹੈ, ਉਹ ਬੜੇ ਮਤਲਬ ਠਾਠ ਬਾਠ ਨਾਲ ਰਹਿੰਦੀ ਹੈ, ਬੜਾ ਉਹਦਾ ਸਮਾਜ ਦਾ ਦਬਾਅ, ਤਾਂ ਉਹ ਵੀ ਜਿਹੜੀ ਹੈ ਮਤਲਬ ਪੁਲਿਸ ਦੇ ਨਾਲ ਉਹਦੀ ਕਾਫੀ ਨਜ਼ਦੀਕੀ ਹੈ। ਫਿਰ ਇਹੋ ਜਿਹੇ ਕਈ ਪਾਤਰ ਨੇ ਜਿਹੜੇ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਤੇ ਲੋਕਾਂ ਦਾ ਪਹਿਲਾਂ ਝਗੜਾ ਕਰਵਾ ਦਿੰਦੇ ਆ ਤੇ ਫਿਰ ਰਾਜੀਨਾਮਾ ਪੁਲਿਸ ਨਾਲ ਮਿਲ ਕੇ ਕਰਾ ਕੇ ਪੈਸੇ ਬਣਾ ਰਹੇ। ਹੁਣ ਤੁਸੀਂ ਦੇਖੋ ਕਿ ਪੁਲਿਸ ਦੀਆਂ ਵੀ ਜਿਹੜੀਆਂ ਵਧੀਕੀਆਂ ਜਾਂ ਮਤਲਬ ਜਿਹੜੀਆਂ ਉਹ ਪੁਲਿਸ ਵੀ ਉਸ ਸਮੁੱਚੇ ਜਿਹੜਾ ਨੈਤਿਕ ਨਿਗਾਰ ਦਾ ਹਿੱਸਾ ਹੈ। ਤਾਂ ਜਿਹੜੀ ਮੁੱਖ ਜਿਹੜੀ ਸਮੱਸਿਆ ਹੋਈ ਹੈ ਕਿ ਜਿਹੜਾ ਪੰਜਾਬ ਦਾ ਸੱਭਿਆਚਾਰਕ ਸਦਾਚਾਰਕ ਜਿਹੜਾ ਨੈਤਿਕ ਨਿਗਾਰ ਜਿਹੜਾ ਵੀ ਇਹਦੇ ਪਿੱਛੇ ਕਿਹੜੀ ਗੱਲ ਖੜੀ ਹੈ। ਕਿਉਂ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਇਹ ਪ੍ਰਕਿਰਿਆ ਜਿਹੜੀ ਹੈ
तौर पर ਇਹਦੇ ਲਈ ਹਰਾ ਇਨਕਲਾਬ ਹੁਣ ਹਰੇ ਇਨਕਲਾਬ ਤੋਂ ਪਹਿਲਾਂ ਹੁਣ ਪੰਜਾਬ ਦੇ ਖੇਤੀ ਪ੍ਰਧਾਨ ਸੂਬਾ ਹੈ ਔਰ ਜਿਹੜੀ ਪੰਜਾਬ ਦੀ ਅਮੀਰ ਕਿਸਾਨੀ ਹੈ ਉਹ ਸਿਰ ਕੱਢ ਜਮਾਤ ਉਹਦਾ ਲੀਡਿੰਗ ਰੋਲ ਹੈ ਸਿਰ ਕੱਢ ਪਾਉਂਦਾ ਹੁਣ ਹਰੇ ਇਨਕਲਾਬ ਤੋਂ ਪਹਿਲਾਂ ਜਿਹੜੀ ਹੈ ਜੇ ਮੋਟੇ ਤੌਰ ਤੇ ਦੇਖੀ ਤਾਂ ਇਹ ਜਿਹੜੀ ਪੰਜਾਬ ਦੀ ਅਮੀਰ ਕਿਸਾਨੀ ਹੈ ਇਹ ਆਪਣੇ ਸਿੱਖ ਸੱਭਿਆਚਾਰ ਔਰ ਸਿੱਖ ਵਿਰਾਸਤ ਨਾਲ ਜੁੜੀ ਹੋਈ ਹੈ ਔਰ ਕਿਰਤ ਨਾਲ ਵੀ ਜੁੜੀ ਹੋਈ ਹੈ ਲੇਕਿਨ ਹਰੇ ਇਨਕਲਾਬ ਤੋਂ ਬਾਅਦ ਇਹ ਪੂਰੀ ਤਰ੍ਹਾਂ ਅਮਰੀਕੀ ਸਾਮਰਾਜ ਨਾਲ ਗੱਠਜੋੜ ਕਰ ਲੈਂਦੀ ਹੈ ਔਰ ਇੱਕ ਸਰਮਾਏਦਾਰੀ ਜਮਾਤ ਬਦਲ ਜਾਂਦੀ ਹੈ ਹੁਣ ਇਹ ਵੀ ਕੋਈ ਮਾੜੀ ਗੱਲ ਨਹੀਂ ਹੈ ਕੋਈ ਇਹ ਬਹੁਤ ਹੁੰਦਾ ਅੱਜ ਦੇ ਇੱਕ ਵਰਤਾਰਾ ਸਾਰੇ ਵਿਸ਼ਵ ਵਰਤਾਰਾ ਹੈ ਕਿਸਾਨੀ ਤੋਂ ਸਰਮਾਏਦਾਰੀ ਜਮਾਤ 'ਚ ਬਦਲਣਾ ਉਹਦੇ 'ਚ ਕਿਹੜੀ ਕੋਈ ਪੰਜਾਬ ਦੇ ਸੰਦਰਭ 'ਚ ਕਿਉਂ ਇਸ ਨੇ ਇੰਨੀ ਨਾ ਪੱਖੀ ਭੂਮਿਕਾ ਨਿਭਾਈ ਹੈ ਹੁਣ ਮੇਰਾ ਇਹ ਮੰਨਣਾ ਹੈ ਕਿ ਇਸ ਜਿਹੜੀ ਨਵੀਂ ਜਿਹੜੀ ਸਰਮਾਏਦਾਰੀ ਜਮਾਤ ਬਣੀ ਹੈ ਇਹਦਾ ਜਿਹੜਾ ਨੈਤਿਕ ਆਧਾਰ ਸੀ ਸਦਾਚਾਰਕ ਆਧਾਰ ਸੀ ਸੱਭਿਆਚਾਰ ਆਧਾਰ ਸੀ ਉਹ ਸਿੱਖ ਸੱਭਿਆਚਾਰ ਸਿੱਖ ਸਦਾਚਾਰ ਹੁਣ ਇੱਥੋਂ ਸਿੱਖ ਤੋਂ ਮਤਲਬ ਇਹ ਨਹੀਂ ਹੈ ਮੇਰਾ ਕਿ ਮੈਂ ਵਾਰ-ਵਾਰ ਇਹ ਲਫ਼ਜ਼ ਵਰਤਾਂਗਾ ਸਿੱਖ ਸਦਾਚਾਰ ਸਿੱਖ ਸੱਭਿਆਚਾਰ ਸਿੱਖ ਵਿਰਾਸਤ ਲੇਕਿਨ ਇਹ ਸਿਰਫ ਸਿੱਖਾਂ ਦੀ ਸੱਭਿਅਤਾ ਦੇ ਗੱਲ ਨਹੀਂ ਹੋਈ ਸਿੱਖਾਂ ਦੇ ਸੱਭਿਆਚਾਰ ਦੇ ਗੱਲ ਨਹੀਂ ਹੋਈ ਇਹ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਲੋਕਾਂ ਦੀ ਗੱਲ ਹੋ ਰਹੀ ਹੈ ਸਿੱਖ ਤੋਂ ਇੱਥੇ ਭਾਵ ਜਿਹੜਾ ਸਿੱਖ ਧਰਮ ਨਾਲੋਂ ਜ਼ਿਆਦਾ ਜਿਹੜਾ ਹੈਗਾ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਲੋਕਾਂ ਦੇ ਨਾਲ ਹੈ ਤਾਂ ਉਸ ਜੇ ਆਪਾਂ ਉਹ ਪੈਮਾਨਾ ਲਈਏ ਤਾਂ ਉਹਦੇ ਅਨੁਸਾਰ ਘੱਟੋ ਘੱਟ ਮੈਂ ਇਹ ਪੈਮਾਨਾ ਵਰਤ ਲਓ ਇਸ ਲਈ ਮੇਰੇ ਲਈ ਸਾਰੇ ਪੰਜਾਬੀ ਸਿੱਖ ਹੈ ਜਿੱਦਾਂ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਤਾਂ ਪੰਜਾਬ ਦਾ ਜਿਹੜਾ ਸਦਾਚਾਰ ਨੈਤਿਕ ਸੱਭਿਆਚਾਰਕ ਆਧਾਰ ਹੈ ਉਹ ਸਾਡੇ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਉਹਨੇ ਬਣਾਇਆ ਇਸ ਕਰਕੇ ਸਾਰੇ ਜਿਹੜੇ ਹੈ ਉਹ ਗੁਰੂ ਦੇ ਜਿਹੜੀ ਸਿੱਖਿਆ ਦੇ ਚੱਲਣ ਵਾਲੇ ਲੋਕ ਸਿੱਖ ਹੈ तो साडा निशाना भी है पंजाब ਤਾਂ ਹੀ ਵਧੀਆ ਹੈ ਜਿਹੜਾ ਸਿੱਖ ਪੰਜਾਬ ਹੈ ਲੇਕਿਨ ਹੋਇਆ ਕਿ ਜਿਹੜੀ ਪੰਜਾਬ ਦੇ ਜਿਹੜੀ ਅਮੀਰ ਕਿਸਾਨੀ ਹੈ ਹੁਣ ਸਾਨੂੰ ਪਤਾ ਹੈ ਕਿ ਕਿਵੇਂ ਕਿ ਸੱਚਾਈ ਦਾ ਮੁੱਖ ਤੌਰ ਤੇ ਜੱਟ ਭਾਈਚਾਰੇ ਨਾਲ ਸੰਬੰਧਿਤ ਹੁਣ ਜੱਟ ਭਾਈਚਾਰੇ ਦੀ ਜਿਹੜੀ ਵਿਸ਼ੇਸ਼ਤਾ ਹੈ ਕਿ ਸਿੱਖ ਬਣਨ ਤੋਂ ਪਹਿਲਾਂ ਉਹਨਾਂ ਦਾ ਆਪਣਾ ਕੋਈ ਨੈਤਿਕ ਸੱਭਿਆਚਾਰਕ ਸਦਾਚਾਰਕ ਆਧਾਰ ਜਿਹੜਾ ਸੀਗਾ ਉਹ ਇੱਕ ਵਿਕਸਿਤ ਸਮਾਜ ਦਾ ਨਹੀਂ ਸੀਗਾ ਇੱਕ ਕਬੀਲੇ ਦਾ ਸੀ ਲੇਕਿਨ ਦੁਨੀਆ ਦੇ ਵਿੱਚ ਸ਼ਾਇਦ ਇਹ ਜਿਹਾ ਕੋਈ ਇਨਕਲਾਬ ਨਹੀਂ ਆਇਆ ਇਹੋ ਜਿਹੀ ਵੱਡੀ ਘਟਨਾ ਘਟਪਟ ਮੈਂ ਬੜੀ ਦੁਨੀਆ ਦੇ ਜਿਹੜੇ ਜਿੰਨੇ ਕਿ ਮੈਨੂੰ ਮੌਕਾ ਮਿਲਿਆ ਵੱਖ-ਵੱਖ ਇਨਕਲਾਬ ਆਏ ਨੇ ਏਡੀ ਵੱਡੀ ਗੁਲਾਮ ਕਿਸੇ ਇਨਕਲਾਬ ਨੇ ਨਹੀਂ ਪੁੱਟੀ ਕਿ ਇੱਕ ਭਾਈਚਾਰਾ ਜਿਹੜਾ ਕਬੀਲੇ ਦੀ ਸਥਿਤੀ ਦੇ ਵਿੱਚ ਸੀ ਗੁਰੂ ਸਾਹਿਬ ਨੇ ਉਸ ਨੂੰ ਯੂਨੀਵਰਸਲ ਫਲਸਫਾ ਜਿਹੜਾ ਹੈ ਸਰਵ ਵਿਆਪਕ ਜਿਹੜਾ ਫਲਸਫਾ ਇਹ ਇੰਨਾ ਵੱਡਾ ਉੱਚ ਪੱਧਰ ਦਾ ਫਲਸਫਾ ਜਿਹੜਾ ਮਨੁੱਖੀ ਵਿਕਾਸ ਦਾ ਫਲਸਫਾ ਦੇ ਦਿੱਤਾ ਏਡੀ ਵੱਡੀ ਗੁਲਾਮ ਜਿਹੜੀ ਹੈ ਘੱਟੋ ਘੱਟ ਮੇਰੇ ਜਾਣਕਾਰੀ 'ਚ ਨਹੀਂ ਹੈ ਇਹ ਤੋਂ ਇੱਥੇ ਜਿਹੜਾ ਹੈਗਾ ਕਿ ਮੈਂ ਕਹਿੰਦਾ ਹੁੰਦਾ ਕਿ ਦੁਨੀਆ 'ਚ ਜਿਹੜੀ ਹੈ ਸਭ ਤੋਂ ਅਦਭੁਤ ਘਟਨਾ ਅੱਜ ਮਾਡਰਨ ਵਰਲਡ ਦੀ ਹਿਸਟਰੀ ਦੇ ਵਿੱਚ ਹੋਈ ਹੈ ਕਿ ਜੱਟ ਦਾ ਜੱਟ ਸਿੱਖ ਬਣਿਆ ਇਹ ਛੋਟੀ ਜਿਹੀ ਗੱਲ ਹੈ ਜਿਹੜਾ ਮਤਲਬ ਇੱਕ ਜੱਟ ਜਿਹੜਾ ਕਬੀਲੇ ਤੱਕ ਸੀਮਤ ਹੈ ਇੱਕ ਸਿੱਖ ਜਿਹੜਾ ਹੈਗਾ ਉਹਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਹੈ ਉਹ ਸਰਵ ਵਿਆਪਕ ਹੈ ਦੁਨੀਆ 'ਚ ਸਭ ਤੋਂ ਅਗਰ ਯੂਨੀਵਰਸਲ ਜਿਹਨੂੰ ਆਪਾਂ ਕਹੀਏ ਫਿਲਾਸਫੀ ਦੇ ਸਰਵ ਵਿਆਪਕਤਾ ਦੇ ਪੈਮਾਨੇ ਤੇ ਕਸੌਟੀ ਤੇ ਪੂਰਾ ਉਤਰਨ ਵਾਲਾ ਜਿਹੜਾ ਫਲਸਫਾ ਹੈ ਤਾਂ ਉਹ ਸਿੱਖ ਫਲਸਫਾ ਹੈ ਬਾਕੀ ਸਾਰੇ ਫਲਸਫੇ ਕਿਤੇ ਨਾ ਕਿਤੇ ਆਪਣੇ ਤੇ ਬਗਾਨੇ ਦੀ ਕੋਈ ਨਾ ਕੋਈ ਵਖਰੇਵਾ ਹੈ ਸਿਰਫ ਤੇ ਸਿਰਫ ਦੁਨੀਆ 'ਚ ਸਿੱਖ ਫਲਸਫਾ ਹੈ ਜਿਹੜਾ ਕਿਸੇ ਕਿਸਮ ਦੇ ਵਿਗਿਆਨੀ ਨੂੰ ਨਹੀਂ ਮੰਨਦਾ ਸਾਰੇ ਆਪਣੇ ਸਭੇ ਜਾਂਦੇ ਬਾਹਰ ਸਦਾਨ ਜੋ ਕਿਸੇ ਨਾ ਕਿਸੇ ਬਾਹਰ ਆ ਗਏ तो ये फलसफा किसी को कोई अपने दे बगाने का कोई भेद नहीं सारे अपने हैं तो एडा वड्डा जो फलसफा है ये जट ने कबीले वाले बंदे ने एडा वड्डा फलसफा सिख बन के लेकिन जे सब तो वड्डी प्राप्ति है सब तो वड्डी महान घटना है
इस तो बड़ा दुखांत भी कोई नहीं हो सकता कि हरेक इनकलाब ने मुड़ के जट को जट बनाता, सिੱਖੀ ਉਹਦੇ ਤੋਂ ਖੋਲੇ। ਜਿਹੜੀ ਅਮੀਰ ਕਿਸਾਨੀ ਸੀਗੀ ਪੰਜਾਬ ਦੀ, ਉਹਨੇ ਸਰਮਾਏਦਾਰੀ ਜਮਾਤ ਬਣ ਕੇ ਆਪਣੀ ਸਿੱਖ ਵਿਰਾਸਤ, ਸਿੱਖ ਸਦਾਚਾਰ, ਸਿੱਖ ਸੱਭਿਆਚਾਰ ਨੂੰ ਅਮਲੀ ਰੂਪ ਦੇ ਕਹਿਣ ਨੂੰ ਤਾਂ ਉਹਨਾਂ ਨੇ ਕਦੇ ਇਹ ਕਹਿਣਾ ਥੋੜੀ ਸੀ ਵੀ ਸਿੱਖ ਨਹੀਂ ਰਹੇ, ਉਹ ਤਾਂ ਬਲਕਿ ਸਿੱਖੀ ਦੇ ਨਾਂ ਤੇ ਉਹ ਮਤਲਬ ਜਿਹੜਾ ਸਿੱਖੀ ਵਿਰੋਧ ਜੋ ਵੀ ਉਹਨਾਂ ਨੇ ਕਾਰਵਾਈਆਂ ਕੀਤੀਆਂ, ਪਰ ਨਾਂ ਸਿੱਖੀ ਦਾ ਹੀ ਵਰਤਿਆ, ਪਰ ਅਮਲੀ ਤੌਰ ਤੇ ਉਹਨਾਂ ਨੇ ਜਿਹੜਾ ਹੈ ਸਿੱਖ ਸਦਾਚਾਰ, ਸਿੱਖ ਸੱਭਿਆਚਾਰ, ਸਿੱਖ ਵਿਰਾਸਤ ਨੂੰ ਤਲਾਂਦੇ ਨੇ, ਕਿਉਂਕਿ ਉਹਨਾਂ ਕੋਲ ਹੋਰ ਕੋਈ ਬਦਲਵਾਂ ਜਿਹੜਾ ਨੈਤਿਕਤਾ ਦਾ ਆਧਾਰ ਹੀ ਨਹੀਂ ਸੀਗਾ। ਤੇ ਪੰਜਾਬ ਨੂੰ ਜਿਹੜਾ ਹੈ ਇੱਕ ਨੈਤਿਕ ਖਲਾ ਦੇ ਵਿੱਚ ਧੱਕਿਆ ਗਿਆ, ਇਹ ਅੰਗਰੇਜ਼ੀ ਚ ਆਪਾਂ ਸਪਿਰਿਚੁਅਲ ਵੈਕਿਊਮ। ਤੁਸੀਂ ਦੁਨੀਆ 'ਚ ਦੇਖ ਲਓ ਕਿ ਇਸ ਕਿਸਮ ਦੇ ਜਦੋਂ ਬੰਦਾ ਆਪਣੇ ਨੈਤਿਕਤਾ ਤੋਂ, ਆਪਣੇ ਸੱਭਿਆਚਾਰਕ ਸਦਾਚਾਰਕ ਸਿਧਾਂਤ ਮਤਲਬ ਆਧਾਰ ਤੋਂ ਟੁੱਟ ਜਾਂਦਾ ਹੈ, ਤਾਂ ਉਹਦੀ ਜਿਹੜੀ ਬੜੀ ਬੁਰੀ ਹਾਲਤ, ਉਹ ਪੂਰੀ ਤਰ੍ਹਾਂ ਉਹ ਜੱਟ ਬਣ। ਇਹ ਹੈ ਪੰਜਾਬ ਦੀ ਸਮੱਸਿਆ, ਉਹ ਜੱਟ ਬਣ। ਇਹਦੇ ਵਿੱਚੋਂ ਜਿਹੜੀ ਸਾਰੀ, ਕਿਉਂਕਿ ਜਿਹੜੀ ਸਰਮਾਏਦਾਰੀ ਬਣਨਾ, ਜੇ ਸਰਮਾਏਦਾਰੀ ਦਾ ਵੀ ਆਪਣਾ ਕੋਈ ਸਲੀਕਾ ਹੁੰਦਾ, ਪਰ ਸਾਡੇ ਜਿਹੜੇ ਸਰਮਾਏਦਾਰੀ ਨੂੰ ਕੋਈ ਸਿੱਖੀ ਦਾ ਸਾਡਾ ਛੱਡਦੇ ਆ ਜਿਹੜੀਆਂ ਕਦਰਾਂ ਕੀਮਤਾਂ ਸਲੀਕਾ, ਲੇਕਿਨ ਸਰਮਾਏਦਾਰੀ ਦਾ ਸਲੀਕਾ ਨਹੀਂ ਸਿੱਖਿਆ। ਤੋ ਇਸ ਕਿਸਮ ਦੀ ਉਹ ਜੱਟ ਸਰਮਾਏਦਾਰੀ ਬਣੇ, ਹਰ ਇੱਕ ਚੀਜ਼ ਜਿਹੜਾ ਵੀ ਅੱਗੇ ਆਇਆ ਜੱਫਾ ਮਾਰ, ਜੱਟ ਜੱਫਾ ਮਾਰਨਾ, ਚਾਹੇ ਉਹ ਰਾਜਨੀਤੀ ਹੈ, ਚਾਹੇ ਉਹ ਆਰਥਿਕ ਖੇਤਰ ਹੈ, ਸਮਾਜਿਕ ਖੇਤਰ ਹੈ, ਸੱਭਿਆਚਾਰਕ ਖੇਤਰ, ਵਿਦਿਅਕ ਖੇਤਰ ਹੈ, ਧਾਰਮਿਕ ਖੇਤਰ ਹੈ, ਕੋਈ ਖੇਤਰ ਛੱਡਿਆ ਹੀ ਨਹੀਂ, ਹਰ ਇੱਕ ਨੂੰ ਜੱਫਾ ਮਾਰਨਾ। ਤੋ ਇਹ ਇੱਥੋਂ ਜਿਹੜੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੇ ਪੰਜਾਬ ਦੇ ਨੇ, ਔਰ ਉਸੇ ਜਿਹੜਾ ਸਮਾਂ ਹੈ ਹਰੇ ਇਨਕਲਾਬ ਦਾ, ਉਸ ਤੋਂ ਬਾਅਦ ਹੀ ਜਿਹੜਾ ਜੋ ਇਹ ਨਾਵਲ ਜਿਹੜਾ ਸਮਾਂ ਦੱਸ ਰਿਹਾ, ਜੋ ਨਿਗਾਰ ਨੈਤਿਕ ਨਿਗਾਰ ਦੀ ਤਸਵੀਰ ਪੇਸ਼ ਕਰ ਰਿਹਾ, ਦਰਅਸਲ ਇਹ ਜਿਹੜਾ ਇਸ ਸਮੇਂ ਦੀ ਜਿਹੜੀ ਪੈਦਾਵਾਰ ਹੈ, ਇਸ ਪ੍ਰਕਿਰਿਆ ਦੀ ਪੈਦਾਵਾਰ ਹੈ, ਇਹ ਸਾਨੂੰ ਜਿਹੜਾ ਹੈ ਸਮਝਣ ਦੀ ਲੋੜ। ਹੁਣ ਕੀ ਹੋਇਆ ਕਿ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸਿੱਖ ਸੱਭਿਆਚਾਰ ਨੇ, ਸਿੱਖ ਸਦਾਚਾਰ ਨੇ ਸਾਨੂੰ ਬਹੁਤ ਉੱਚ ਪੱਧਰੀਆਂ ਮਨੁੱਖੀ ਕਦਰਾਂ ਕੀਮਤਾਂ ਦਿੱਤੀਆਂ, ਸਾਨੂੰ ਸਬਰ, ਸੰਜਮ, ਸੰਤੋਖ ਇਹ ਜਿਹੇ ਗੁਣ ਦਿੱਤੇ, ਲੇਕਿਨ ਉਸ ਤੋਂ ਉਲਟ ਹੋ ਕੀ ਹੈ ਕਿ ਮਤਲਬ ਇੱਕੋ ਹੀ ਵੀ ਥੋੜੇ ਤੋਂ ਥੋੜੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਪੈਸਾ ਬਣਾਓ ਤੇ ਪੈਸੇ ਨਾਲ ਜਿਹੜਾ ਹੈ ਸੁੱਖ ਸਹੂਲਤਾਂ ਹਾਸਲ ਕਰੋ। ਇਹ ਹੈ ਕੰਜ਼ੂਮਰ ਕਲਚਰ। ਸਿੱਖ ਸੱਭਿਆਚਾਰ ਦੇ ਨਾਲ ਵੀ ਜਿਹੜਾ ਹੈ ਖਪਤਕਾਰੀ ਜਾਂ ਕੰਜ਼ੂਮਰ ਕਲਚਰ ਨੇ ਲੈ ਕੇ, ਇਹਦਾ ਜਿਹੜਾ ਸ਼ਿਕਾਰ ਪੁਲਿਸ ਵੀ ਹੈ, ਇਹਦਾ ਸਾਰਾ ਸਮਾਜ ਜਿਹੜਾ ਸ਼ਿਕਾਰ ਹੈ। ਤੇ ਪੁਲਿਸ ਵਾਲਿਆਂ ਨੂੰ ਵੀ ਜਿੱਦਾਂ ਵੀ ਪੈਸਾ ਬਣਾਇਆ ਜਾਂਦਾ ਬਣਾਓ, ਜਿੱਦਾਂ ਵੀ ਆਪਣੇ ਕੀਤੀਆਂ ਵਾਰੀਆਂ ਦਾ ਲਵਾਓ। ਜਿਹੜੇ ਬੰਦੇ ਜਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਦੀ ਰਾਖੀ ਕਰਨੀ ਸੀ, ਉਹੀ ਜਿਹੜੇ ਕਾਨੂੰਨ ਵਿਵਸਥਾ ਧੱਜੀਆਂ ਉਡਾਤੀ, ਕਿਉਂਕਿ ਗੱਲ ਸਿਰਫ ਹੋ ਗਈ ਪੈਸੇ ਜਾਂ ਪੋਜੀਸ਼ਨ ਸਾਨੂੰ ਕੀਤੀਆਂ ਲੱਗਣੀਆਂ, ਪੋਜੀਸ਼ਨ ਨਾਲ ਵੀ ਪੈਸਾ ਹੀ ਤੁਹਾਡਾ ਦਬਦਬਾ ਵੱਧਦਾ ਹੈ, ਪੈਸੇ ਬਣਾਉਣ ਅਵਸਰ ਜ਼ਿਆਦਾ ਬਣਦੇ। ਤਾਂ ਹੁਣ ਇਹ ਹੈ ਜਿਹੜਾ ਮੂਲ ਕਾਰਨ, ਜਿਹੜਾ ਇਹ 29 ਦਿਨਾਂ ਦਾ ਜਿਹੜਾ ਤਜਰਬਾ ਹੈ ਪੁਲਿਸ ਦੇ ਨਾਲ, ਤਾਂ ਜਿਹੜੀ ਜੋ ਇਹਨਾਂ ਨੇ ਤਸ਼ੱਦਦ, ਜੋ ਅਣਮਨੁੱਖੀ ਘਟਨਾਵਾਂ ਦੇਖੀਆਂ, ਉਹਦੇ ਪਿੱਛੇ ਔਰ ਇੱਕ ਕਰਦੇ ਨੇ ਜ਼ਿਕਰ ਉਹਦੇ ਆਪਣੇ ਨਾਲ ਵੀ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਪੁਲਿਸ ਵਾਲੇ ਵੀ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੇ ਦੂਸਰੇ ਬੰਦੇ ਜਿਹੜੇ ਮਿਲੇ, ਤਾਂ ਕੁਝ ਜਿਹੜੇ ਪੁਲਿਸ ਵਾਲੇ ਵਿੱਚ ਵੀ ਕੁਝ ਲੋਕ ਮਹਿਸੂਸ ਕਰ ਰਹੇ ਨੇ ਕਿ ਜੋ ਅਸੀਂ ਕਰ ਰਹੇ ਠੀਕ ਨਹੀਂ। ਕਿਉਂਕਿ ਇਹ ਵੀ ਇਹਨਾਂ ਨੇ ਆਪਣੇ ਨਾਵਲ ਜੋ ਜਿਹੜੇ ਉਹਨਾਂ ਦੇ ਦੁੱਖ ਦਾ ਵੀ ਜਿਹੜੀ ਹੈ ਉਹ ਵੀ ਜ਼ਿਕਰ ਕੀਤਾ, ਪਰ ਜਦੋਂ ਇੱਕ ਵੈਨ ਵਹਿ ਰਿਹਾ ਹੈ ਖਪਤਕਾਰੀ ਦਾ, ਤੇ ਉਹਦੇ ਚ ਪੁਲਿਸ ਵੀ ਵਹਿ ਰਹੀ ਹੈ। ਮੈਨੂੰ ਇਹ ਪ੍ਰਭਾਵ ਹੈ ਕਿ ਇਹਨਾਂ ਨੇ ਕੱਲਾ ਪੁਲਿਸ ਨੂੰ ਨਹੀਂ ਇਹਨਾਂ ਨੇ ਮਤਲਬ ਟਾਰਗੇਟ ਕੀਤਾ, ਇਹਨਾਂ ਨੇ ਤਾਂ ਮਤਲਬ ਜਿਹੜਾ ਪੁਲਿਸ ਨੂੰ ਉਸ ਸਮੁੱਚੇ ਸਮਾਜਿਕ ਇਹਨਾਂ ਦਾ ਆਧਾਰ ਦਾ ਹਿੱਸੇ ਦੇ ਵਜੋਂ ਜਿਹੜਾ ਪੇਸ਼ ਕਰਨ ਦੀ ਜਿਹੜੀ ਯਤਨ ਪੁਗਰਾੜਾ ਕੀਤਾ। ਹੁਣ ਮੈਂ ਬਾਰ-ਬਾਰ ਇਹ ਕਹਾਂਗਾ ਕਿ ਇਹ ਇਹਨਾਂ ਨੇ ਕੀਤਾ ਜਾਂ ਨਹੀਂ, ਤਾਂ ਇਹ ਮੈਂ ਨਹੀਂ, ਜਦ ਤੁਸੀਂ ਤੁਹਾਨੂੰ ਵੀ ਲੱਗੇਗਾ ਕਿ ਨਹੀਂ, ਮੈਂ ਤਾਂ ਸਿਰਫ ਉਹ ਗੱਲ ਕਰ ਜੋ ਮੈਨੂੰ ਪ੍ਰਭਾਵ ਪਈ।
ਹੁਣ ਇਹਨਾਂ ਨੇ ਜਿਹੜੀ ਇੱਕ ਗੱਲ ਹੋਰ ਹੈ ਕਿ ਇਹਨਾਂ ਨੇ ਕਿਹਾ ਵੀ ਆਖਰ ਇਹਦੇ ਚੋਂ ਨਿਕਲਣ ਦਾ ਜਿਹੜਾ ਰਸਤਾ ਹੈ, ਕਿਹੜੀ ਚੀਜ਼ ਸੀ ਕੋਈ 29 ਦਿਨ ਜਿਹੜਾ ਰਹੇ ਨੇ, ਇਹਨਾਂ ਦਾ ਜਿਹੜਾ ਮਨੋਬਲ ਆਪਣਾ ਕਾਇਮ ਰੱਖਿਆ, ਪੂਰੀ ਤਰ੍ਹਾਂ ਨਹੀਂ ਟੁੱਟੇ, ਤਾਂ ਕਿਸ ਚੀਜ਼ ਨੇ ਇਹਨਾਂ ਨੂੰ ਬਚਾਇਆ? ਘੱਟੋ-ਘੱਟ ਮੈਨੂੰ ਇਹ ਸਮਝ ਕਿ ਇਹਨਾਂ ਦੇ ਸਿੱਖ ਸਦਾਚਾਰ, ਸਿੱਖ ਸੱਭਿਆਚਾਰ ਔਰ ਜਿਹੜੀਆਂ ਪਰਿਵਾਰਕ ਕਦਰਾਂ ਕੀਮਤਾਂ ਨਰੋਈਆਂ ਇਹਨਾਂ ਨੂੰ ਮਿਲੀਆਂ, ਔਰ ਉਹ ਵੀ ਜਿਹੜੀਆਂ ਪਰਿਵਾਰਕ ਕਦਰਾਂ ਕੀਮਤਾਂ ਨੂੰ ਤੁਸੀਂ ਸਿੱਖ ਸਦਾਚਾਰ ਨੈਤਿਕਤਾ ਤੋਂ ਨਿਖੇੜ ਨਹੀਂ ਸਕਦੇ, ਕਿਉਂਕਿ ਇਹ ਵੀ ਜਿਹੜਾ ਪਰਿਵਾਰ ਹੈ ਵੀ ਜ਼ਾਹਰ ਹੈ ਕਿ ਜੱਟ ਸਿੱਖ ਪਰਿਵਾਰ ਹੈ, ਇਹ ਵੀ ਇਹਨਾਂ ਦਾ ਵੀ ਨੈਤਿਕਤਾ ਦਾ ਆਧਾਰ ਹੈ, ਜਿਹੜਾ ਇਹਨਾਂ ਨੂੰ ਮਿਲਿਆ ਆਪਣੇ ਪਰਿਵਾਰ ਤੋਂ ਵੀ, ਉਹ ਵੀ ਸਿੱਖ ਜਿਹੜੀਆਂ ਨੈਤਿਕਤਾ ਜਿਹੜੀ ਉਹਨਾਂ ਨੂੰ ਮਿਲੀ ਸੀ। ਤਾਂ ਉਹੀ ਚੀਜ਼ ਇਹਨਾਂ ਨੂੰ ਬਚਾ ਗਈ ਕਿ ਇਹਨਾਂ ਨੇ ਉੱਥੇ ਪੂਰੀ ਤਰ੍ਹਾਂ ਜਿਹੜਾ ਵੀ ਇਹਨਾਂ ਨੇ ਜਿੱਥੇ ਵੀ ਇਹਨਾਂ ਨੂੰ ਸਮਾਂ ਮਿਲਿਆ ਇਹਨਾਂ ਨੇ ਆਪਣੇ ਪਾਠ ਕੀਤਾ, ਗੁਰਬਾਣੀ ਦੇ ਟੇਕ ਲਈ। ਔਰ ਫਿਰ ਇਹਨਾਂ ਨੇ ਜਿਹੜਾ ਹੈ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਕਿ ਤੁਸੀਂ ਕੋਈ ਵੀ ਬੰਦਾ ਬੜੇ ਪਿਆਰ ਤੇ ਸਤਿਕਾਰ ਨਾਲ ਜਿਹੜੀ ਹੈ ਸਤਿ ਸ੍ਰੀ ਅਕਾਲ ਜ਼ਰੂਰ ਕਰੋ। ਤਾਂ ਇਹਨਾਂ ਨੇ ਕੋਈ ਵੀ ਪੁੱਛ ਸਕਦਾ, ਇਹਨਾਂ ਨੇ ਹਰ ਇੱਕ ਨੂੰ, ਇਹ ਨਹੀਂ ਕਿ ਮੇਰੇ ਵੱਲ ਕਿੱਦਾਂ ਦੇਖਦੇ ਕੀ ਕਰਨਾ ਹੈ ਚੰਗੀ, ਇਹਨਾਂ ਨੇ ਹਰ ਇੱਕ ਨੂੰ ਪਿਆਰ ਔਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਇਆ ਔਰ ਉਹਦਾ ਅਸਰ ਪਿਆ। ਫਿਰ ਇਹਨਾਂ ਨੂੰ ਜਿਹੜਾ ਪਰਿਵਾਰ ਵੱਲੋਂ ਇਹ ਮਿਲਿਆ ਸੀ ਕਿ ਉਹ ਵੀ ਜਿਹੜੀ ਸਿੱਖ ਸੱਭਿਆਚਾਰ ਦਾ ਹਿੱਸਾ ਹੈ, ਚੜ੍ਹਦੀ ਕਲਾ ਜਿਹੜੀ ਪੋਜ਼ਿਟਿਵ ਹਾਂ ਪੱਖੀ ਪਹੁੰਚਦੇ ਜੀਵਨ ਵੱਲ, ਉਹ ਵੀ ਇਹਨਾਂ ਨੇ ਜਦੋਂ ਇੰਨਾ ਸਖਤ ਟਾਈਮ ਆਇਆ, ਜਦੋਂ ਲੱਗਿਆ ਵੀ ਸ਼ਾਇਦ ਮੈਂ ਹੁਣ ਕੁਛ ਪਲਾਂ ਦਾ ਹੀ ਮਹਿਮਾਨ, ਉਸ ਵੇਲੇ ਤੱਕ ਵੀ ਉਹ ਜਿਹੜੀ ਇਹਨਾਂ ਨੇ ਜਿਹੜੀ ਜਾਗਰਤ ਕੀਤੀ ਆਪਣੇ ਅੰਦਰ, ਜਿਹੜੀ ਉਹ ਭਾਵਨਾ ਚੜ੍ਹਦੀ ਕਲਾ ਵਾਲੇ ਦੇ ਪੋਜ਼ਿਟਿਵ ਜਿਹੜੀ ਹਾਂ ਪੱਖੀ ਸਰਕਾਰ ਤੋਂ ਪਹੁੰਚ ਜਿਹੜੀ ਜੋ ਵੀ ਇਹਨਾਂ ਨੇ ਆਪਣੇ ਪਰਿਵਾਰ ਤੋਂ ਜਿਹੜੀ ਉਹ ਲਈ, ਉਹ ਸਾਰੇ ਇਹਨਾਂ ਨੇ ਉਸ ਕਠਿਨ ਸਮੇਂ ਦੇ ਵਿੱਚ ਜਦੋਂ ਇਹਨਾਂ ਨੂੰ ਤਕਰੀਬਨ ਯਕੀਨ ਹੋਇਆ ਵੀ ਹੁਣੇ ਮੈਨੂੰ ਮਤਲਬ ਇਹਨਾਂ ਨੇ ਖਤਮ ਕਰ ਦੇਣਾ, ਲੇਕਿਨ ਉਸ ਵਕਤ ਵੀ ਨਹੀਂ ਡੋਲੇ। ਉਹ ਜਿਹੜਾ ਇਹਨਾਂ ਦਾ ਮਨੋਬਲ ਕਾਇਮ ਰਹਿਣਾ ਜਿਹੜਾ ਉਹ ਇਹ ਸਦਾਚਾਰ ਸੱਭਿਆਚਾਰ ਨੈਤਿਕਤਾ ਔਰ ਕਦਰਾਂ ਕੀਮਤਾਂ ਦਾ ਵੀ ਨਤੀਜਾ ਸੀ। ਅੱਛਾ, ਫਿਰ ਇੱਕ ਹੋਰ ਪਾਤਰ ਦੀ ਗੱਲ ਕਰਦੇ ਉਹਦੇ ਤੇ ਥੋੜੇ ਸਮੇਂ ਲਈ ਆਉਂਦਾ ਹੈ, ਉਹ ਬੰਦਾ ਬੜਾ ਪੜਨਾਇਆ ਹੋਇਆ, ਉਹ ਉਮਰ ਜਿਹਨਾਂ ਨਾਲੋਂ ਇਹ ਤਾਂ ਬੜੇ ਨੌਜਵਾਨ ਨੇ, ਛੋਟੀ ਉਮਰ ਦੇ, ਪਰ ਇਹਨਾਂ ਨੇ ਪਰ ਉਹ ਜਿਹੜਾ ਇੱਕ ਪਾਤਰ ਹੈ ਉਹ ਥੋੜੀ ਕਰੋੜ ਉਮਰ ਦਾ, ਲੇਕਿਨ ਉਹ ਪੜਨਾਇਆ ਹੋਇਆ ਇਹਨਾਂ ਗੱਲਾਂ 'ਚ। ਉਹਦੀ ਜਿਹੜੀ ਚੜ੍ਹਦੀ ਕਲਾ ਔਰ ਪਹੁੰਚ ਵਾਲੀ ਜਿਹੜੀ ਪੋਜ਼ਿਟਿਵ ਅਪਰੋਚ ਹੈ, ਉਹਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਤਾਂ ਮੈਨੂੰ ਲੱਗਦਾ ਹੈ ਹਰ ਇੱਕ ਪਾਠਕ ਨੂੰ ਵੀ ਉਹਦਾ ਜਿਹੜਾ ਕਰੈਕਟਰ ਹੈ, ਕਿਸ ਤਰ੍ਹਾਂ ਉਹਨੂੰ ਮਤਲਬ ਜਿਹੜਾ ਉਹਦੇ ਪੇਸ਼ ਕੀਤਾ ਗਿਆ ਹੈ, ਤੁਸੀਂ ਰਹਿ ਨਹੀਂ ਸਕਦੇ ਉਸ ਬੰਦੇ ਤੋਂ ਜਿਹੜਾ ਪ੍ਰਭਾਵਿਤ ਹੋ। ਹੁਣ ਇੱਕ ਜਿਹੜੀ ਚੀਜ਼ ਇਹਨਾਂ ਨੇ ਹੋਰ ਲਿਆਂਦੀ ਹੈ, ਇੱਕ ਵਿਸ਼ਾ, ਉਹ ਹੈ ਖਾੜਕੂਵਾਦ। ਹੁਣ ਥੋੜਾ ਜਿਹਾ ਮੈਂ ਖਾੜਕੂਵਾਦ ਤੇ ਵੀ ਗੱਲ ਵੀ ਖਾੜਕੂਵਾਦ ਕਿਉਂ, ਹੁਣ ਅਖੀਰ ਜਿਹੜੀ ਵੀ ਗੱਲ ਮੈਂ ਕਹਿੰਦਾ ਮੈਂ ਨਹੀਂ ਦਾਅਵਾ ਕਰਦਾ ਕਿ ਤੁਸੀਂ ਮੇਰੇ ਨਾਲ ਸਹਿਮਤ ਵੀ ਹੋਵੋਗੇ ਕਿ ਨਹੀਂ, ਮੈਂ ਤਾਂ ਸਿਰਫ ਜੋ ਮੈਨੂੰ ਸਮਝ ਆਈ ਹੈ ਤੁਹਾਨੂੰ। ਹੁਣ ਮੈਨੂੰ ਲੱਗਦਾ ਵੀ ਇਹ ਵੀ ਖਾੜਕੂਵਾਦ ਵੀ ਹਰੇ ਇਨਕਲਾਬ ਦੇ ਪੈਦਾ ਹੋਇਆ। ਕਿਸ ਤਰ੍ਹਾਂ ਹਰੇ ਇਨਕਲਾਬ ਨੇ ਜਿਹੜੀ ਖੁਸ਼ਹਾਲੀ ਲਿਆਂਦੀ, ਸਿਰਫ ਤੇ ਸਿਰਫ ਜ਼ਿਆਦਾਤਰ ਅਮੀਰ ਕਿਸਾਨੀ ਤੱਕ ਜਿਹੜੀ ਸੀਮਤ ਹੋ ਗਈ। ਗਰੀਬ ਔਰ ਜਿਹੜੇ ਸਧਾਰਨ ਕਿਸਾਨੀ ਸੀ ਉਹ ਨਾ ਸਿਰਫ ਇਸ ਤੋਂ ਵਾਂਝੇ ਨਹੀਂ ਬਲਕਿ ਹੋਰ ਹਾਸ਼ੀਏ ਤੇ ਧੱਕੇ ਗਏ, ਮਾਰਜਨਲਾਈਜ਼। ਹੁਣ ਇਹ ਆਪਣੀ ਵੀ ਉਹਦੇ ਨਾਵਲ 'ਚ ਗੱਲ ਕਰ ਰਹੇ, ਆਪਣੇ ਪਰਿਵਾਰ, ਇਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਕਹਿੰਦੇ ਸੀ ਗਰੀਬ ਕਿਸਾਨੀ, ਔਰ ਇਹ ਮੁਸ਼ਕਿਲਾਂ ਆਪਣੀਆਂ ਬੜੇ ਵਿਸਤਾਰ ਨਾਲ ਦੱਸਦੇ ਜੋ ਪਰਿਵਾਰ ਦੀਆਂ ਆਰਥਿਕ ਮੁਸ਼ਕਿਲ, ਲੇਕਿਨ ਉੱਥੇ ਇਹ ਦੱਸਦੇ ਵੀ ਕਿਸ ਤਰ੍ਹਾਂ ਹਰੇ ਇਨਕਲਾਬ ਨੇ ਜਿਹੜੀ ਸਾਡੀ ਭਾਈਚਾਰਕ ਸਾਂਝ ਸੀ ਕਿਸ ਤਰ੍ਹਾਂ ਖਤਮ ਕਰਤੀ। ਤੇ ਇੱਕ ਜਿਹੜਾ ਵਾਕਿਆ ਦੱਸ ਰਹੇ ਨੇ ਕਿ ਇਹਨਾਂ ਕੋਲ ਜਿਹੜੇ ਸਿਰਫ 2 ਹੀ ਕਿੱਲੇ ਸੀ ਜਿਹਨਾਂ ਨਾਲ ਪਾਣੀ ਦਾ 1 ਕਿੱਲਾ ਤਕਰੀਬਨ ਬੰਜਰ ਸੀ, ਪਰ ਸਮੱਸਿਆ ਸੀ ਇਹਨਾਂ ਨੂੰ ਪਾਣੀ ਦਾ ਕੋਈ ਸਾਧਨ ਨਹੀਂ ਸੀ। तो नाल इन्हां दे कोई अमीर किसानां दे खेत लगदे हैं, तो इन्हां ने बहुत वारी उन्हां नूं मिहनत तरला कीता भी सानूं साडे सहायता करो भी पानी सानूं, पर उन्हां
ने बिल्कुल किसी किस्म की सहायता करने तो ना कर उन्होंने आप ही दसते आ भी आखिर की कारण है इन्होंने लगता भी कारण यह सीगा कि ਜਿਹੜੇ अमीर किसान ਜਿਹੜੇ ਗੁਆਂਢੀ है ਉਹ ਇਹ ਚਾਹੁੰਦੇ ਸੀ ਤੰਗ ਹੋਣ ਤੇ ਫਿਰ ਬੜੀ ਸਸਤੀ ਜ਼ਮੀਨ ਸਾਨੂੰ ਮਿਲੇ ਇਹ ਗੱਲ तो ये है हरे इनकलाब ने तो की होया कि जदों पंजाब की गरीब किसानी और साधारण किसानी पूरी तरह निराश हो गए तो उन्हें विद्रोह की भावना जगी तो पहले जी मूवमेंट उठती है हरे इनकलाब तो बाद पंजाब के नक्सलवाड़ी मूवमेंट नक्सलवाड़ी जी लहर है वह जमाती खासा देख लो कि मुख्य तौर पर जी फाइटिंग फोर्स है वो सारी लगभग सारे के सारे जी वो गरीब और साधारण किसानी को छोड़ रहे हूँ जब हम नक्सलवाड़ी लहर जी है वो ठुस हो गई तो फिर खाट लहर शुरू हो गई हूँ सारे का सारा वो गरीब किसानी और साधारण किसानी का जो अंश जो नक्सलवाड़ी से बहुत बड़ा हिस्सा आके खाड़कू लहर के शामिल हो गल वो है कि मैं मतलब ਇਹਦਾ ਜਿਹੜਾ ਜਮਾਤੀ ਵਿਸ਼ਲੇਸ਼ਣ ਜਦੋਂ ਕਰਦਾ ਤਾਂ ਇਹੀ ਮੈਨੂੰ ਲੱਗਦਾ ਕਿ ਦੋਵੇਂ ਨਕਸਲਵਾੜੀ ਲਹਿਰ ਵੀ ਜਿਹੜੀ ਖਾੜਕੂ ਲਹਿਰ ਵੀ ਮੁੱਖ ਤੌਰ ਤੇ ਪੰਜਾਬ ਦੀ ਜਿਹੜੀ ਗਰੀਬ ਔਰ ਸਾਧਾਰਨ ਕਿਸਾਨੀ ਦਾ ਜਿਹੜਾ ਤੇ ਵਿਦਰੋਹ ਹੈ ਅੱਛਾ ਹੁਣ ਅਗਲਾ ਇਹ ਹੋਇਆ ਕਿ ਖਾੜਕੂ ਲਹਿਰ ਵੀ ਸਫਲ ਨਾ ਹੋ ਸਕੀ तो फिर पंजाब के जी गरीब के साधारण किसानी ने कहा हूँ पंजाब साढ़े लिए कुछ नहीं बचा बड़े पत्थर पे कोई है इतों निकलो प्रवास पंजाब का जरा उजाड़ा शुरू प्रवास तो हम क्या ही नहीं जानते हूँ तक उजाड़ा हो लेकिन ये पिछे भी जो आप हरे इनकलाब का जन्मस्थल देखी चलिए सानू लगता भी कहता जो उन्होंने कहा इतने तो गल नहीं बननी हूँ यही है भी इतने छड़ ਹੁਣ ਸਮੱਸਿਆ ਕੀ ਵੀ ਪ੍ਰਵਾਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜੇ ਪੰਜਾਬ ਨੂੰ 50% ਹਰੇ ਇਨਕਲਾਬ ਨੇ ਬਰਬਾਦ ਕੀਤਾ ਤਾਂ ਜਿਹੜਾ ਬਾਕੀ 50% ਬਚਿਆ ਉਸ ਨੂੰ ਹੁਣ ਜਿਹੜਾ ਪ੍ਰਵਾਸ ਕਰ ਹੁਣ ਪ੍ਰਵਾਸ ਦਾ ਮੈਂ ਕਿਹਾ ਕੋਈ ਮਾੜੀ ਗੱਲ ਹੈ ਹੀ ਨਹੀਂ ਫਿਰ ਬਰਬਾਦ ਕਿਉਂ ਕਰਨਾ ਇਹ ਪ੍ਰਵਾਸ ਨੇ ਇਸ ਪ੍ਰਵਾਸ ਦੇ ਨਾਲ ਜਦੋਂ ਪੰਜਾਬ ਦੇ ਵਿੱਚ ਆਪਾਂ ਪ੍ਰਵਾਸ ਦੇਖਦੇ ਤਾਂ ਪ੍ਰਵਾਸ ਦੇ ਦੋ ਵੱਖ-ਵੱਖ ਪੜਾਅ ਨੇ ਪਹਿਲਾ ਪ੍ਰਵਾਸ ਜਿਹੜਾ ਹੈ ਉਹ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ 1900 ਦੇ ਸਾਲ ਦੇ ਕਰੀਬ ਜਿਹੜਾ ਸ਼ੁਰੂ ਹੁੰਦਾ ਔਰ ਮੁੱਖ ਤੌਰ ਤੇ ਦੁਆਬੇ ਤੋਂ ਕਿਉਂ ਦੁਆਬੇ ਤੋਂ ਹੁੰਦਾ ਕਿਉਂਕਿ ਦੁਆਬੇ ਦੀ ਵਸੋਂ ਸਭ ਤੋਂ ਸੰਘਣੀ ਹੈ ਪੰਜਾਬ ਜ਼ਮੀਨ ਦੀ ਮਲਕੀਅਤ ਸਭ ਤੋਂ ਜ਼ਿਆਦਾ ਉੱਥੇ ਘਟੀ ਜ਼ਮੀਨ ਦੇ ਬਹੁਤ ਸਾਰੇ ਪਰਿਵਾਰਾਂ ਵਾਸਤੇ ਜ਼ਮੀਨ ਦੀ ਜਦੋਂ ਮਲਕੀਅਤ ਘਟ ਗਈ ਤਾਂ ਖੇਤੀਬਾੜੀ ਉਹਨਾਂ ਲਈ ਗੁਜ਼ਾਰਾ ਨਹੀਂ ਉਹਨਾਂ ਦਾ ਹੋ ਰਿਹਾ ਸੀ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਵਾਸ ਕਰਨਾ ਹੁਣ ਤੁਸੀਂ ਇਹਨਾਂ ਪ੍ਰਵਾਸੀਆਂ ਦੀ ਭੂਮਿਕਾ ਅੱਜ ਦੇ ਪ੍ਰਵਾਸੀਆਂ ਨਾਲ ਜਿਹੜਾ ਮੇਲ ਕੇ ਦੇਖੋ ਹੁਣ ਇਹ ਪ੍ਰਵਾਸੀ ਜਿਹੜੇ ਨੇ ਮਜਬੂਰ ਹੋ ਕੇ ਇਹਨਾਂ ਨੂੰ ਬਾਹਰ ਜਾਣਾ ਪਿਆ और इन्होंने हद भर में मेहनत की उत्थे लेकिन कभी भी ये प्रवासी जो पहले प्रवासी कभी अपने धरती नालों अपने परिवार नालों अपने समाज नालों कभी अपने सभ्याचार नालों नहीं टूटे उत्थे इन्होंने इन्नी मेहनत करके जो पैसा बनाया तो फिर पैसा सारा ये पिछे पे उस पैसे नाल इन्होंने अपने परिवारों का भी कुछ संभालिया और सब कुछ अपने इलाके का ਤੁਸੀਂ ਜਾ ਕੇ ਦੁਆਬੇ ਦੇਖ ਸਕਦੇ ਹੋ ਜਿੰਨੇ ਪਹਿਲੇ ਸਕੂਲ ਬਣੇ ਕਾਲਜ ਬਣੇ ਹਸਪਤਾਲ ਬਣੇ ਔਰ ਜੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੇ ਯਾਤਰੂਆਂ ਵਾਲੇ ਕਮਰੇ ਬਣਵਾਏ ਗਏ ਇਹ ਸਾਰੇ ਦੇ ਸਾਰੇ ਇੱਕ ਪ੍ਰਵਾਸੀਆਂ ਨੇ ਬਣਾਏ ਤਾਂ ਆਪਾਂ ਇਹਨੂੰ ਪ੍ਰਵਾਸ ਨੂੰ ਕਿਸ ਤਰ੍ਹਾਂ ਮਾਣਾ ਕਰ ਸਕਦੇ ਸਾਰੇ ਕਿ ਹਾਂ ਪੱਕੀ ਪ੍ਰਵਾਸ ਹੈ ਪੰਜਾਬ ਨੂੰ ਦਾ ਫਾਇਦਾ ਹੋ ਰਿਹਾ ਪਰ ਅੱਜ ਦਾ ਹੁਣ ਪ੍ਰਵਾਸ ਦੇਖੋ ਕੀ ਕਰ ਰਿਹਾ ਅੱਜ ਜਿਹੜਾ ਪ੍ਰਵਾਸ ਜਿਹੜਾ ਹੈਗਾ ਇਹ ਲੋੜਾਂ ਨਾਲੋਂ ਜ਼ਿਆਦਾ ਖਾਸ਼ਾਂ ਤੇ ਜ਼ਿਆਦਾ ਕਿਉਂ ਕਿ ਅੱਜ ਦੇ
बहुत आप एक बहुत लंबा बड़ा विषय मैं थोड़ा जहा करके क्योंकि मेरा अज का मुख्य विषय नहीं है पर मैं तुमने दसदा भी एक खपतकारी जो निकलिया सभ्याचार जो जिदे च मैं कहा कि खपतकारी सभ्याचार जीवन का एक मनोरथ रह जाता है भी थोड़े तो थोड़े समय तो वध पैसा कमाओ तो पैसे नाल सुख सहूलत हासिल तो हुण जिहड़ा की हो गया ये प्रवास के पिछे किहड़ी जिन्नियां मर्जी असीं दलीलां दे दईए कि प्रवास चंगा माड़ा ऐश नहीं हो रहे कुछ नहीं हो रहे आखिरी दलील ਉਹਦੀ मैं सिर्फ गल करांगा कि आखिरी ਉਹਦੇ ਤੁਸੀਂ गौर कर लो ये है एक्सचेंज रेट 50 रुपए मतलब 1950 ਦੇ ਵਿੱਚ ਇੱਕ ਅਮਰੀਕੀ ਡਾਲਰ 1 ਰੁਪਏ ਦੇ ਬਰਾਬਰ ਸੀ ਤੁਸੀਂ ਪੰਜਾਬ ਦੇ ਵਿੱਚ ਇਦਾਂ ਬੇਸਲਾਈਨ ਬਣਾ ਲਓ 1950 ਜਿਉਂ-ਜਿਉਂ रुपए की कीमत घटी विदेशी कीमत करंसी की बढ़ी उसे जे तुम 2 ग्राफ बना लोगे उस रेशो के नाल दोनों बिल्कुल पैरल चलणगे ज्यों-ज्यों रुपए की कीमत घटी हुण उस वेले 1950 1 डॉलर 1 रुपए का सी अज कितना 76 रुपए हुण 1950 देख लो तुसीं कितने बंदे जिहड़े बाहर गए अमरीका गए बाहर गए ਹੁਣ ਦੁਆਬੇ ਜਦੋਂ ਲੋਕ ਪਹਿਲਾਂ ਦੇ ਗਏ ਹੋਏ ਸੀ ਉਹ ਲੇਕਿਨ ਮਾਲਵੇ ਦੇ ਵਿੱਚ ਮੈਂ ਬਹੁਤ ਸਾਰੇ ਪਿੰਡ ਦੇਖੇ ਕਿ 1950 ਤੱਕ ਸਾਰੇ ਪਿੰਡ ਚੋਂ ਕੋਈ ਬੰਦਾ ਕਦੇ ਬਾਹਰ ਗਿਆ ਬਹੁਤ ਸਾਰੇ ਇਹ ਪਿੰਡ ਤੋਂ ਵੀ ਇੱਕ ਬੰਦਾ ਵੀ ਨਹੀਂ ਲੱਭੇਗਾ ਜਿਹੜਾ ਬਾਹਰ ਗਿਆ ਲੇਕਿਨ ਹੁਣ ਕੀ ਹੈ ਪਿੰਡਾਂ ਦੇ ਪਿੰਡ ਮਾਲਵਾ ਦੇ ਖਾਲੀ ਹੋ ਗਏ कौन निर्धारित कर रहा है एक्सचेंज रेट अच्छा मैं मेरा ये दावा कि तुसी जे सच्ची मुच्ची कि कहने आप ग्लोबलाइजेशन की गल करते हैं आप ग्लोबलाइजेशन करते हैं 1 रुपया 1 डॉलर 1 पाउंड 1 कैनेडियन डॉलर सारी करेंसी एक मेरा दावा जे एक बंदा ने पंजाब छड्ड के चला जाए बल्कि जिन्हें गए और वो कहते हुण असीं की लैना भज्जे वापस आ है जी आखिरी गल चलो मैनू ये लगता भी ये जो प्रवास है अज का ये खासा ये जो है पंजाब को हर तरह नुकसान के साबित हो रहा पंजाब के तिने जोड़े वसीले विकास करने लिए सानू चाहिए वो मनुखी वसीला बौद्धिक वसीला और सरमाया तिना का तिना पंजाब चो भुलाए तो फिर जाहिर है कि चलो इतने मैं ये गल खत्म करना क्योंकि तो हुण जी आप मतलब आखिरी गल जी मैं करनी है कि जो इन्हें नावल जी गल की भी आखिर जो इस तो निकलने का जो की तरीका है तो वो इन्होंने जो मैनू लगता है भी दसिया भी सिख सदाचार सिख विरासत उस मैं गल करके तो फिर गल अपने विश्राम करना कि जो 3 सिद्धांत ने किरत करो नाम जपो वन छको अगर असीं वो अपना लिए तो कितना सारे जो मसले सारी समस्यावां तो किरत जी है किरत जी है कुदरत के जो मनुख की सिरजना है जो मनुख किरत करता है मशीना किरत नहीं करती किरत के पैदावार च करती किरत मनुख जो किरत करता है मशीना पैदावार कर दिया तो क्रिएटिविटी ते प्रोडक्टिविटी हुण जेड़ा हुण बंदे ते मशीन च फर्क नहीं रहा मनुख ने भी पैदावार को मनुख बनाता लेकिन क्रिएटिविटी जी है सिरजना जी है वो उच्चे पद्धर की है पैदावार करना तो एक दुकान है ਅਸੀਂ ਕ੍ਰੀਏਟਿਵ ਅਸੀਂ ਕਿਰਤ ਹੁਣ ਕਿਰਤ ਜਿਹੜੀ ਆ ਉਹ ਬੰਦੇ ਨੂੰ ਕੁਦਰਤ ਨਾਲ ਜੁੜਦੀ ਜਦੋਂ ਬੰਦਾ ਕੁਦਰਤ ਨਾਲ ਟੁੱਟ ਜਾਂਦਾ ਹੈ ਉਹ ਸਮਾਜ ਨਾਲ ਟੁੱਟ ਜਾਂਦਾ ਹੈ ਪਰਿਵਾਰ ਨਾਲ ਟੁੱਟ ਜਾਂਦਾ ਹੈ ਆਪਣੇ ਆਪ ਨਾਲ ਟੁੱਟ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਸੈਲਫ ਐਲੀਨੇਸ਼ਨ ਅੰਗਰੇਜ਼ੀ तो एक किरत जरूरी है क्योंकि ये ਹੁੰਦਾ ਜਦੋਂ ਬੰਦਾ ਟੁੱਟਿਆ ਹੋਇਆ ਉਹ ਜਿਹੜਾ ਹੈਗਾ ਅੱਤ ਦਰਜੇ ਦਾ ਨਿੱਜਵਾਦੀ ਤੇ ਭੋਗ ਸਵਾਰਥੀ ਬੰਦਾ ਬਣ ਜਾਂਦਾ ਉਹਦੀ ਸਮੂਹਿਕ ਸੋਚ ਜਿਹੜੀ ਖਤਮ ਜਿਹੜਾ ਬੰਦਾ ਕਿਰਤ ਨਾਲ ਜੁੜਦਾ ਉਹ ਅਗਲਾ ਸਟੈਪ ਹੈ ਨਾਮ ਜਪੋ ਕਿਰਤ ਵਾਲਾ ਨਾਮ ਦਾ ਕੀ ਮਤਲਬ ਹੈ ਰੂਹਾਨੀ ਤੌਰ ਤੇ ਚੇਤਨ
चेतन तो वो की है यूनिवर्सल कॉन्शियसनेस जो आप कहते हैं ब्रह्मांडी चेतना ਜਾਂ कॉस्मिक अवेयरनेस। तो ये मनुख जो है निजवादी नहीं है, स्वार्थी नहीं है, ये सारे का सोचता है। सर्वत के भले सोचने वाला मनुख बन जाता है, जिहदा नाम जपदा है। इसे करके अगला स्टेप की है कि वंड चल वो फिर सारिਆਂ ਨਾਲ ਜਿਹੜੀ ਸਰਬ ਸਾਂਝੀ ਮਾਨਤਾ ਨਾਲ ਰੱਖਣਾ। तो एक जब आप देखा कि ਜਿਹੜਾ ਖਪਤਕਾਰੀ ਸੱਭਿਆਚਾਰ ਨੇ ਸਾਨੂੰ ਅੱਠ ਦਰਜੇ ਦੇ ਜਿਹੜਾ ਨਿਜਵਾਦੀ ਔਰ स्वार्थी बनाया, तो सिख सभ्याचार ने सानू सरबत के भले वाला फलसफा दिता, समूहक सोच जी दी। तो जो मसले हल होने हैं तो जो गुरबाणी का जो सिद्धांत है वो ये अगर मिलो मेरे भाई दुविधा दूर करो जो। तो मसले निजवाद नाल कभी नहीं होंगे, स्वार्थ नाल नहीं हल होंगे, समूहक सोच के नाल जो इकट्ठे होकर वो जो हल होंगे। तो जो पंजाब के जो चलो क्योंकि खेती प्रधान तो मुख्य अज भी मसले खेती नाल संबंधित है। उन्होंने जमीन की कीमत ढाई ढाई एकड़ मतलब इकनॉमिकली वाइबल नहीं है, इस तंत्र आजाद तौर पर जुताई के तौर पर नहीं। हम दो तरीके दसते हैं कि चलो जी सारे कारपोरेशन लैके बड़े बड़े पार्क बुला रहे, पर साढ़े को एक मॉडल क्या कि असं कोऑपरेटिव बना सकते साझे वालदा के नाल। जो साढ़े गुरु नानक पातशाह ने 17 साल खेती करके करतारपुरी मॉडल दिता से क्यों नहीं बना सकते। तो साढ़े को असी ये दूसरा जरा मैं बहुत संक्षेप में कहूँगा कि असं 2.5 किले का भी इलाज कर सकते, जैविक खेती कर सकते। जैविक खेती जी है वो मैं बहुत लोग जो कर रहे उन्होंने को जाके देखे हो कहते 2.5 किले में बड़ा सोना गुजारा हो सकता है, क्योंकि लेबर इंटेंसिव खेती है, बहुत किरत मंगती है, बहुत तो ना तुम रसायनिक खादा फर्टिलाइजर पाने ना मतलब कीड़े मार दवाइयां सारा कुछ तुम आप करना है, हर चीज आप करनी है। तो वो बहुत काम करना पैंता, पर बचत भी बहुत होती है। लेकिन समस्या की है कि वो कहने जी पंजाब जो सारे पंजाबी जो कर लग गए तो फिर जो है मार्केट कितों आएगी। तो मैं एक छोटा जहा सुझाव देकर गल खत्म करता कि किस तरह मार्केट बिकने, जिथे चाह उत्थे राह। हरमंदिर साहब 1 लाख तो ज्यादा लोग लंगर खाते छकते हैं। ये सारे संसार के गुरुद्वारा साहबान देख लीए तो करोड़ों बंदे लंगर छक रहे। अगर असी यही कर ली भाईचारक तौर पर फैसला कर ली कि असी लंगरों के वो अन्न उगाना है जिधर कीड़े मार दवाइयां ने जो छिड़कियां गई जी रसायनिक खादा शुद्ध अन्न इतने बरत तुम अंदाजा लो। अगर यही असी कर लीए साझे तौर पर फैसला, पंजाब के किसान तक मंग भी नहीं पूरी, इतनी बड़ी मार्केट बन जाती है। तो सारे फिर सानू ना गौरमेंट ना कर झगड़े करने की लोड़, असं तो अपने जो सरकारों तो ही उम्मीद लाई बड़े नहीं। साडी जी सिख विरासत के सिख सदाचार के सिख नर इन्नी शक्ति है जे ये मतलब इनू मतलब 29 दिनों के बचा सकते हैं। साढ़े सारे समाज को भी पंजाब को भी बचाने की जी है सिख जी विचारधारा सिख फलसफे शक्ति है जे असी वो अपना जो सेध ली। तो ये मेरी जी आखिरी गल सी। लास्ट मैं की करना है कि सिर्फ जोड़ा है मैं क्योंकि लिखा खर्चा वो 1 मिनट का लेना तो मैं जो आखिरी जरा सिर्फ पैरा पढ़ के सुना जो मैंने किताब वो मेरी गल सुन। मैं लेखक को नावल हवाला लिखण की हार्दिक बधाई दिता हाँ। लेखक ने ना सिर्फ पंजाब के पंजाब को दरपेश चुनौतियां ते समस्यावां की निशानदेही की है, सगों बहुत यथार्थी ढंग नाल पेश भी किया है। ये नावल ना सिर्फ उस काले दौर का दुखदाई और कौड़ा सच बयान करता है, सगों सानू एक प्रेरणा भी दिंदा है कि असी उस दौर दियां दुखदाई घटनावां अते अणमनुखी वरतारियां दा गंभीर सुहिरद अते संजीदा अध्ययन अते मुलांकन भी करिए ताकि उन्हां दे मूल कारणों की सही ढंग नाल निशानदाही की जा सके अते उन्हां को जन्म देने वाले वरतारियां नूं भी समझा जा सके। आस मैं ये भी आस करता हाँ कि लेखक इस प्रक्रिया को निरंतर जारी रखेगा। मैं इस आस नाल अपनी गल समाप्त करांगा
कि ये पुस्तक पंजाब के काले दौर, पंजाब के मौजूदा संकट ते पंजाब लई सही दिशा निर्धारित करने लई एक उसारू बहस प्रोत्साहित करने में सहाई होएगी। वाहिगुरू जी का खालसा, वाहिगुरू जी की फतेह।